ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA TV ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆਨ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। 5 ਲੱਖ ਤੋਂ ਬਾਅਦ ਪ੍ਰਵਾਸੀ ਹੋਣਗੇ ਡਿਪੋਰਟ, ਅਦਾਲਤ ਨੇ ਟਰੰਪ ਨੂੰ ਦਿੱਤੀ ਖੁੱਲੀ ਛੁੱਟੀ। ਟਰੰਪ ਦਾ ਵੱਡਾ ਐਕਸ਼ਨ, ਐਲੋਨ ਮਸਕ ਦੇ ਕਰੀਬੀ ਨੂੰ ਨਾਸਾ ਚੀਫ ਦੇ ਅਹੁਦੇ ਤੋਂ ਹਟਾਇਆ। ਵੀਜ਼ਾ ਧਾਰਕ ਵਿਦਿਆਰਥੀਆਂ ਨੂੰ ਟਰੰਪ ਦੀ ਖਾਸ ਨਸੀਹਤ। ਟਰੰਪ ਨੂੰ ਵੱਡਾ ਝਟਕਾ, ਅਦਾਲਤ ਨੇ ਸੰਘੀ ਕਰਮਚਾਰੀਆਂ ਨੂੰ ਛਾਂਟਣ ਦੇ ਹੁਕਮ ਤੇ ਲਗਾਈ ਰੋਕ। ਭਾਰਤ ਨਾਲ ਵੱਡੇ ਸਮਝੌਤੇ ਦੀ ਤਿਆਰੀ ਕਰ ਰਿਹਾ ਹੈ ਅਮਰੀਕਾ। ਭਾਰਤੀ ਮੂਲ ਦੀ ਮੇਗਾ ਅਮਰੀਕਾ ਵਿੱਚ ਫਲਸਤੀਨ ਦੇ ਹੱਕ 'ਚ ਨਾਰੇ ਲਗਾ ਕੇ ਮੁਸੀਬਤ 'ਚ ਫਸੀ। ਹੁਣ ਇਹਨਾਂ ਖਬਰਾਂ ਦਾ ਵਿਸਥਾਰ, ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਤੇ ਬੀਤੇ ਦਿਨ ਅਮਰੀਕੀ ਸੁਪਰੀਮ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾਇਆ, ਜਿਸ ਨਾਲ ਟਰੰਪ ਪ੍ਰਸ਼ਾਸਨ ਨੂੰ ਅਮਰੀਕਾ ਵਿੱਚ ਰਹਿ ਰਹੇ ਲੱਖਾਂ ਪ੍ਰਵਾਸੀਆਂ ਦੀ ਅਸਥਾਈ ਕਾਨੂੰਨੀ ਸਥਿਤੀ ਨੂੰ ਖਤਮ ਕਰਨ ਦੀ ਆਗਿਆ ਮਿਲ ਗਈ ਹੈ। ਇਹ ਪ੍ਰਵਾਸੀ ਵੈਨਜ਼ੂਏਲਾ, ਕਿਊਬਾ, ਹੈਤੀ ਅਤੇ ਨਿਕਾਰਾਗੁਆ ਵਰਗੇ ਦੇਸ਼ਾਂ ਤੋਂ ਹਨ। ਇਸ ਫੈਸਲੇ ਨਾਲ ਦੇਸ਼ ਨਿਕਾਲੇ ਦੀ ਪ੍ਰਕਿਰਿਆ ਤੇਜ਼ ਹੋ ਸਕਦੀ ਹੈ ਅਤੇ ਟਰੰਪ ਦੀ ਸਖਤ ਇਮੀਗ੍ਰੇਸ਼ਨ ਪ੍ਰਤੀ ਨੀਤੀ ਨੂੰ ਮਜ਼ਬੂਤੀ ਮਿਲ ਸਕਦੀ ਹੈ। ਇਹ ਫੈਸਲਾ ਸਾਲ 2022 ਤੇ 23 ਵਿੱਚ ਸਰਹੱਦ ਪਾਰ ਤੋਂ ਵੱਧ ਰਹੇ ਘੁਸਪੈਠ ਦੇ ਮੱਦੇਨਜ਼ਰ ਪਿਛਲੀ ਬਾਈਡਨ ਸਰਕਾਰ ਵੱਲੋਂ ਇਨ੍ਹਾਂ ਦੇਸ਼ਾਂ ਦੇ ਲੋਕਾਂ ਲਈ ਪੈਰੋਲ ਪ੍ਰੋਗਰਾਮ ਸ਼ੁਰੂ ਕਰਨ ਤੋਂ ਬਾਅਦ ਲਿਆ ਗਿਆ ਹੈ। ਇਸ ਦੇ ਤਹਿਤ ਕੁਝ ਸ਼ਰਤਾਂ ਪੂਰੀਆਂ ਕਰਕੇ 2 ਸਾਲਾਂ ਲਈ ਅਮਰੀਕਾ ਵਿੱਚ ਕੰਮ ਕਰਨ ਅਤੇ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਪ੍ਰੋਗਰਾਮ ਨੇ ਲਗਭਗ 5,03,000 ਲੋਕਾਂ ਨੂੰ ਦੇਸ਼ ਨਿਕਾਲੇ ਤੋਂ ਰਾਹਤ ਪ੍ਰਦਾਨ ਕੀਤੀ। ਪਹਿਲਾਂ ਇੱਕ ਸੰਘੀ ਅਦਾਲਤ ਨੇ ਇਸ ਫੈਸਲੇ ਤੇ ਰੋਕ ਲਗਾ ਦਿੱਤੀ ਸੀ, ਪਰ ਹੁਣ ਸੁਪਰੀਮ ਕੋਰਟ ਨੇ ਉਸ ਰੋਕ ਨੂੰ ਹਟਾ ਦਿੱਤਾ ਹੈ। ਡੋਨਾਲਡ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਹੀ ਇਸ ਪ੍ਰੋਗਰਾਮ ਨੂੰ ਖਤਮ ਕਰਨ ਦਾ ਹੁਕਮ ਦੇ ਦਿੱਤਾ। ਉਸਨੇ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨੋਏਮ ਨੂੰ ਤਨਖਾਹ ਯੋਜਨਾ ਨੂੰ ਖਤਮ ਕਰਨ ਦਾ ਹੁਕਮ ਦਿੱਤਾ। ਇਸ ਫੈਸਲਾ ਨੂੰ ਪਹਿਲਾਂ ਮੈਸੇਚਿਉਸੇਟਸ ਦੀ ਇੱਕ ਅਦਾਲਤ ਨੇ ਰੋਕ ਦਿੱਤਾ ਸੀ, ਇਸ ਫੈਸਲੇ ਨੂੰ, ਜਿਸ ਤੋਂ ਬਾਅਦ 23 ਲੋਕਾਂ ਦੇ ਇੱਕ ਸਮੂਹ ਨੇ ਇਸ ਦਾ ਵਿਰੋਧ ਕੀਤਾ ਸੀ। ਪਰ ਹੁਣ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦੇ ਹੁਕਮ ਨੂੰ ਪਲਟ ਦਿੱਤਾ। ਇਸ ਦਾ ਮਤਲਬ ਹੈ ਕਿ ਟਰੰਪ ਸਰਕਾਰ ਦਾ ਫੈਸਲਾ ਹੁਣ ਲਾਗੂ ਕੀਤਾ ਜਾ ਸਕਦਾ ਹੈ ਅਤੇ ਹਜ਼ਾਰਾਂ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਕੱਢਣ ਦਾ ਰਾਹ ਪੱਧਰਾ ਹੋ ਗਿਆ ਹੈ। ਵਾਈਟ ਹਾਊਸ ਨੇ ਐਲਾਨ ਕੀਤਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਜਲਦੀ ਹੀ ਨਾਸਾ ਦੀ ਅਗਵਾਈ ਲਈ ਇੱਕ ਨਵੇਂ ਉਮੀਦਵਾਰ ਦਾ ਐਲਾਨ ਕਰਨਗੇ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿ ਤਕਨੀਕੀ ਅਰਬਪਤੀ ਜੈਰੇਡ ਇਸਾਕਮੈਨ ਹੁਣ ਇਸ ਅਹੁਦੇ ਲਈ ਵਿਚਾਰ ਅਧੀਨ ਨਹੀਂ ਹਨ। ਹਾਲਾਂਕਿ ਇਸ ਉਲਟਫੇਰ ਦਾ ਕੋਈ ਅਧਿਕਾਰਤ ਕਾਰਨ ਨਹੀਂ ਦਿੱਤਾ ਗਿਆ, ਪਰ ਇਹ ਕਦਮ ਸੈਨੇਟ ਵੱਲੋਂ ਇਸਾਕਮੈਨ ਦੀ ਪੁਸ਼ਟੀ ਲਈ ਵੋਟ ਪਾਉਣ ਤੋਂ ਠੀਕ ਪਹਿਲਾਂ ਚੁੱਕਿਆ ਗਿਆ ਸੀ। ਨਿਊਜ਼ ਏਜੰਸੀ ਦੀ ਇੱਕ ਰਿਪੋਰਟ ਵਿੱਚ ਵਾਈਟ ਹਾਊਸ ਦੀ ਬੁਲਾਰਨ ਲਿਜ਼ ਹਿਊਸਟਨ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਜ਼ਰੂਰੀ ਹੈ ਕਿ ਨਾਸਾ ਦਾ ਅਗਲਾ ਨੇਤਾ ਰਾਸ਼ਟਰਪਤੀ ਟਰੰਪ ਦੀ ਅਮਰੀਕਾ ਫਸਟ ਨੀਤੀ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੋਵੇ ਅਤੇ ਰਾਸ਼ਟਰਪਤੀ ਟਰੰਪ ਵੱਲੋਂ ਜਲਦੀ ਹੀ ਇੱਕ ਨਵੇਂ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ। ਇਸਾਕਮੈਨ ਨੂੰ ਰਾਸ਼ਟਰਪਤੀ ਟਰੰਪ ਨੇ ਦਸੰਬਰ ਵਿੱਚ ਨਾਸਾ ਮੁਖੀ ਲਈ ਨਾਮਜ਼ਦ ਕੀਤਾ ਸੀ। ਨਿੱਜੀ ਖੇਤਰ ਵਿੱਚ ਉਸਦੇ ਪਿਛੋਕੜ ਕਾਰਨ ਪੁਲਾੜ ਭਾਈਚਾਰੇ ਵਿੱਚ ਉਸਦੀ ਨਿਯੁਕਤੀ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਟਰੰਪ ਨੇ ਸੋਸ਼ਲ ਮੀਡੀਆ ਤੇ ਇਸਾਕਮੈਨ ਦੀ ਨਾਮਜ਼ਦਗੀ ਵਾਪਸ ਲੈਣ ਦਾ ਐਲਾਨ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਸਨੇ ਲਿਖਿਆ, ਪਿਛਲੀਆਂ ਜਾਂਚਾਂ ਤੋਂ ਬਾਅਦ ਉਹ ਨਾਸਾ ਦੇ ਮੁਖੀ ਵਜੋਂ ਜੈਰੇਡ ਇਸਾਕਮੈਨ ਦੀ ਨਾਮਜ਼ਦਗੀ ਵਾਪਸ ਲੈ ਰਹੇ ਹਨ। ਉਹ ਜਲਦੀ ਹੀ ਇੱਕ ਨਵੇਂ ਉਮੀਦਵਾਰ ਦਾ ਐਲਾਨ ਕਰਨਗੇ ਜੋ ਮਿਸ਼ਨ ਨਾਲ ਜੁੜਿਆ ਹੋਵੇਗਾ ਅਤੇ ਪੁਲਾੜ ਵਿੱਚ ਅਮਰੀਕਾ ਨੂੰ ਤਰਜੀਹ ਦੇਵੇਗਾ। ਇਸ ਤੋਂ ਇਲਾਵਾ ਨਿਊਜ਼ ਆਊਟਲੈਟਸ ਸੇਮਾਫੋਰ ਨੇ ਪਹਿਲਾਂ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਸੀ ਕਿ ਵਾਈਟ ਹਾਊਸ ਇਸਾਕਮੈਨ ਦੀ ਨਾਮਜ਼ਦਗੀ ਵਾਪਸ ਲੈਣ ਦੀ ਯੋਜਨਾ ਬਣਾ ਰਿਹਾ ਹੈ। ਇਸਾਕਮੈਨ ਨੇ ਹਾਲ ਹੀ ਵਿੱਚ ਸੈਨੇਟ ਵਣਜ ਕਮੇਟੀ ਦੇ ਸਾਹਮਣੇ ਇੱਕ ਪੁਸ਼ਟੀਕਰਨ ਸੁਣਵਾਈ ਵਿੱਚੋਂ ਲੰਘਿਆ। 30 ਅਪ੍ਰੈਲ ਨੂੰ ਕਮੇਟੀ ਨੇ ਉਸ ਦੀ ਨਾਮਜ਼ਦਗੀ ਨੂੰ ਪੂਰੀ ਸੈਨੇਟ ਵਿੱਚ ਅੱਗੇ ਵਧਾਉਣ ਲਈ ਵੋਟ ਦਿੱਤੀ। ਦੱਖਣੀ ਡਕੋਟਾ ਦੇ ਸੈਨੇਟ ਬਹੁਗਿਣਤੀ ਨੇਤਾ ਨੇ ਮੈਮੋਰੀਅਲ ਡੇ ਛੁੱਟੀ ਤੋਂ ਬਾਅਦ ਸੈਨੇਟ ਦੇ ਮੁੜ ਸ਼ੁਰੂ ਹੋਣ ਤੇ VOTING ਤੈਅ ਕਰਨ ਲਈ ਕਦਮ ਚੁੱਕੇ। ਹਾਲਾਂਕਿ ਇਸਾਕਮੈਨ ਦੇ ਸਮਰਥਕਾਂ ਵਿੱਚ ਚਿੰਤਾਵਾਂ ਉੱਭਰ ਆਈਆਂ ਹਨ
कि व्हाइट हाउस उसकी नामजदगी वापस लै सकता है क्योंकि एलोन मस्क के ट्रंप प्रशासन नाल मतभेद हो गए हैं। राइटर्स ने एक स्रोत के हवाले नाल कहा कि मस्क इसाकमैन नूं हटाउण तो निराश हन अते इस नूं राजनीतिक तौर ते प्रेरित मनदे हन। एक्स ते खबरां दा जवाब दिंदे हुए मस्क ने इसाकमैन दी प्रशंसा करते हुए लिखिया, इन्ना समर्थ अते नेक दिल व्यक्ति लभना बहुत मुश्किल हुंदा है। राष्ट्रपति डोनाल्ड ट्रंप ने वीजा लैके अमेरिका विच पढ़ रहे चीनी विद्यार्थियों नूं नसीहत दित्ती है। राष्ट्रपति ने ट्रंप प्रशासन दे वीजा रद्द करन दे ऐलान तो चिंतित चीनी विद्यार्थियों नूं यह कहा है कि विद्यार्थी गारंटी देन कि जिन्ना चिर ਉਹ अमेरिका विच पढ़ते हैं उदों तक इत्थे सब कुछ ठीक रहेगा, ਉਹ सही ढंग नाल रहणगे। उन्होंने कहा, ਅਸੀਂ सिर्फ विद्यार्थियों की निजी जांच करना चाहुंदे हां ਅਤੇ ਇਹ ਸਾਰੇ ਕਾਲਜਾਂ ਵਿੱਚ ਕੀਤੀ ਜਾਵੇਗੀ। ट्रंप ने हार्वर्ड यूनिवर्सिटी विच दाखले लई अर्जी देण वाले विदेशी विद्यार्थियों के सोशल मीडिया खातिਆਂ ਦੀ ਸਮੀਖਿਆ ਕਰਨ ਦਾ फैसला किया है। चीनी विद्यार्थियों प्रति ट्रंप के रवैये विच तब्दीली उदों आई जदों अमरीकी संघी जज ने हार्वर्ड नूं अंतरराष्ट्रीय विद्यार्थियों नूं दाखला देण तो रोकण लई ट्रंप की कोशिश ते एक अस्थाई रोक वधा दित्ती। हाल ही विच अमरीकी विदेश मंत्री मार्को रूबियो ने कहा सी कि अमेरिका चीनी विद्यार्थियों के वीजे रद्द कर देवेगा। इस विच चीनी कम्यूनिस्ट पार्टी नाल संबंध रखने वाले ਜਾਂ महत्वपूर्ण खेतरां विच पढ़ रहे विद्यार्थी भी शामिल होणगे। उच्च सिक्ख्या विच विदेशी दाखले ते नियंत्रण नूं सख्त करन लई इह ट्रंप प्रशासन दा एक वड्डा कदम है। चीन ने ट्रंप प्रशासन दे इस फैसले नूं पक्षपाती दस्सिया। ट्रंप प्रशासन अते अकैडमिक संस्थावां खास करके हार्वर्ड यूनिवर्सिटी विचकार तनाव कारण बीता हफ्ता अमेरिका विच अंतरराष्ट्रीय विद्यार्थियों लई चुनौतीपूर्ण रहा है। इस संबंध विच एक आदेश जारी किया गया है। इस आदेश ते विदेश मंत्री मार्को रूबियो दे दस्तखत हैं। विद्यार्थियों के सोशल मीडिया खातिਆਂ की जांच की जाएगी कि बेनकार ने कदे यहूदी विरोधी अते हिंसा का समर्थन किया है अते जेकर सोशल मीडिया ते अजिहे संकेत मिलते हैं तो उस विद्यार्थी का वीजा रद्द करने के निर्देश दिए गए हैं। रूबियो ने ऐलान किया कि चीनी विद्यार्थियों के वीजे रद्द करके सख्त रुख अपनाउणगे। ਉਹ ਪਹਿਲਾਂ ही हजारां वीजे रद्द कर चुके हैं। मुख तौर ते गाजा विच इजराइल दीयां कार्रवाइयां विरुद्ध विद्यार्थियों की सरगर्मी ਅਤੇ भागीदारी दे नाल छोटे ट्रैफिक अपराधां ਅਤੇ होर उलंघनावां लई गौरतलब है कि ट्रंप प्रशासन ने हार्वर्ड यूनिवर्सिटी ते दोष लगाया कि यूनिवर्सिटी कैंपस विच यहूदी विरोधी विरोध नूं उत्साहित किया जा रहा है ਅਤੇ यूनिवर्सिटी प्रशासन चीनी सरकार दे नाल मिली भगत नाल काम कर रहा है। हालांकि हार्वर्ड ने इन्हां दोषां नूं रद्द कर दिता है। राष्ट्रपति ट्रंप ने हार्वर्ड नूं अपने विदेशी विद्यार्थियों की गिनती 15% तक सीमित करने लई भी कहा है। वर्तमान विच 100 देशों तो लगभग 27% विदेशी विद्यार्थी हार्वर्ड विच पढ़ते हैं। वर्तमान विच लगभग 8800 विदेशी विद्यार्थी उत्थे पढ़ रहे हैं, जिन्हां विच 800 विद्यार्थी भारती हैं। अमेरिका की एक अपीली अदालत ने कैलिफोर्निया के एक जज के उस हुक्म ते रोक लगाने तो इनकार कर दिता जिसने देश के राष्ट्रपति डोनाल्ड ट्रंप की अगवाई वाले प्रशासन के संघी कर्मचारियों विच कटौती करने के हुक्म नूं रोक दिता सी। इसका मतलब है कि सरकारी कुशलता विभाग यानी कि डोज द्वारा सिफारिश की गई कार्यबल कटौती फिलहाल मुअत्तल रहेगी। रिपब्लिकन प्रशासन ने सैन फ्रांसिस्को ਅਤੇ शिकागो समेत कई शहरां ਅਤੇ मजदूर यूनियंस द्वारा दायर मुकदमे विच सैन फ्रांसिस्को दी जज सूजन इल्स्टन द्वारा जारी हुक्म ते तुरंत रोक लगाउण दी बेनती कीती सी। जज ने अपने हुक्म विच यह सवाल उठाया कि ट्रंप प्रशासन दी संघी कर्मचारियों नूं छांटण दी कोशिश कानूनी तौर ते सही है। ट्रंप ने वार-वार कहा है कि वोटरां ने उन्हां नूं संघी सरकार दा पुन गठन करन दा आदेश दिता है ਅਤੇ ਉਹਨਾਂ ਨੇ अमरीकी अरबपति एलोन मस्क ਨੂੰ ਡੋਜ਼ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਤਾਂ ਹੀ ਸੌਂਪੀ ਸੀ। ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਜਾਂ ਛੁੱਟੀ ਤੇ ਭੇਜ ਦਿੱਤਾ ਗਿਆ। ਕਿੰਨੇ ਕਰਮਚਾਰੀਆਂ ਨੂੰ ਕੱਢ ਦਿੱਤਾ ਗਿਆ ਇਸ ਦਾ ਕੋਈ ਅਧਿਕਾਰਤ ਆંકੜਾ ਨਹੀਂ ਹੈ, ਪਰ ਅਜਿਹੇ ਕਰਮਚਾਰੀਆਂ ਦੀ ਗਿਣਤੀ ਘੱਟੋ-ਘੱਟ 75000 ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਹਜ਼ਾਰਾਂ ਪ੍ਰੋਬੇਸ਼ਨਰੀ ਕਰਮਚਾਰੀਆਂ ਨੂੰ ਪਹਿਲਾਂ ਹੀ ਨੌਕਰੀ ਤੋਂ ਕੱਢਿਆ ਜਾ ਚੁੱਕਿਆ ਹੈ। अमरीकी राष्ट्रपति डोनाल्ड ट्रंप ने कहा है कि अमेरिका भारत नाल एक वड्डे वपारक समझौते की तैयारी कर रहा है ਅਤੇ समझौता बहुत नेड़े है। ट्रंप ने यह भी दसिया कि पाकिस्तान के अधिकारी भी अमेरिका आ रहे हैं ਤਾਂ ਜੋ ਵਪਾਰਕ ਟੈਰਿਫਾਂ ਤੋਂ ਬਚਣ ਲਈ ਵਪਾਰਕ ਗੱਲਬਾਤ ਕਰ ਸਕਣ, ਕਿਉਂਕਿ ਪਾਕਿस्तान ਨੂੰ ਅमेरिका ਵੱਲੋਂ 29% ਆਯਾਤ ਟੈਰਿਫ ਲੱਗਣ ਦਾ ਖਤਰਾ ਹੈ। ट्रंप ने स्पष्ट किया है कि जेकर भारत ਅਤੇ पाकिस्तान विचकार
ਫੌਜੀ ਟਕਰਾਅ ਜਾਂ ਜੰਗ ਹੁੰਦੀ ਹੈ ਤਾਂ ਅਮਰੀਕਾ ਇਹਨਾਂ ਵਿੱਚੋਂ ਕਿਸੇ ਦੇ ਨਾਲ ਵੀ ਵਪਾਰਕ ਸਮਝੌਤਾ ਨਹੀਂ ਕਰੇਗਾ। ਉਹਨਾਂ ਨੇ ਕਿਹਾ, ਅਸੀਂ ਭਾਰਤ ਨਾਲ ਇੱਕ ਵੱਡੇ ਸਮਝੌਤੇ ਦੇ ਬਹੁਤ ਨੇੜੇ ਹਾਂ, ਪਰ ਜੇਕਰ ਇਹ ਦੋਵੇਂ ਦੇਸ਼ ਜੰਗ ਵਿੱਚ ਲੱਗ ਜਾਂਦੇ ਹਨ ਤਾਂ ਉਹਨਾਂ ਨੂੰ ਕਿਸੇ ਵੀ ਸਮਝੌਤੇ ਵਿੱਚ ਕੋਈ ਦਿਲਚਸਪੀ ਨਹੀਂ ਹੋਵੇਗੀ। ਇਸ ਸਮੇਂ ਦੌਰਾਨ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਗੱਲਬਾਤ ਤੇਜ਼ੀ ਨਾਲ ਚੱਲ ਰਹੀ ਹੈ। ਦੋਵਾਂ ਦੇਸ਼ਾਂ ਨੇ ਉਮੀਦ ਜਤਾਈ ਹੈ ਕਿ ਜੁਲਾਈ ਦੀ ਸ਼ੁਰੂਆਤ ਤੱਕ ਸੀਮਿਤ ਵਪਾਰਕ ਸਮਝੌਤਾ ਹੋ ਸਕਦਾ ਹੈ। ਭਾਰਤ ਇਸ ਸਮਝੌਤੇ ਰਾਹੀਂ ਅਮਰੀਕੀ ਕੰਪਨੀਆਂ ਨੂੰ $50 ਬਿਲੀਅਨ ਤੋਂ ਵੱਧ ਦੇ ਸਰਕਾਰੀ ਇਕਰਾਰਨਾਮਿਆਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇ ਸਕਦਾ ਹੈ। ਟਰੰਪ ਨੇ ਇਹ ਵੀ ਕਿਹਾ ਕਿ ਉਹ ਵਪਾਰਕ ਮਾਮਲਿਆਂ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਪਹਿਲ ਦਿੰਦੇ ਹਨ ਅਤੇ ਜੇਕਰ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਜਾਂ ਜੰਗ ਹੋਈ ਤਾਂ ਕਿਸੇ ਵੀ ਵਪਾਰਕ ਸੌਦੇ ਵਿੱਚ ਰੁਚੀ ਨਹੀਂ ਹੋਵੇਗੀ। ਇੱਕ ਅਮਰੀਕੀ ਭਾਰਤੀ ਵਿਦਿਆਰਥਣ ਮੇਗਾ ਵੈਮੂਰੀ ਨੂੰ MIT ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਉਸਨੇ ਫਲਸਤੀਨ ਦੇ ਸਮਰਥਨ ਵਿੱਚ ਭਾਸ਼ਣ ਦਿੱਤਾ ਸੀ। ਇਸ ਦੇ ਨਾਲ ਹੀ ਮੇਗਾ ਨੇ MIT ਦੁਆਰਾ ਇਜ਼ਰਾਈਲ ਦੇ ਸਮਰਥਨ ਬਾਰੇ ਵੀ ਗੱਲ ਕੀਤੀ। ਮੇਗਾ ਜਾਰਜੀਆ ਦੇ ਅਲਫਾਰੇਟਾ ਦੀ ਰਹਿਣ ਵਾਲੀ ਹੈ। ਮੇਗਾ ਨੂੰ MIT ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ। ਮੇਗਾ ਵੈਮੂਰੀ MIT ਦੀ ਵਿਦਿਆਰਥਣ ਹੈ। ਵੀਰਵਾਰ ਨੂੰ ਅਮਰੀਕਾ ਦੇ ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਯਾਨੀ ਕਿ MIT ਵਿੱਚ ਇੱਕ ਸਮਾਗਮ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਇੱਕ ਅਮਰੀਕੀ ਭਾਰਤੀ ਵਿਦਿਆਰਥਣ ਨੂੰ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਸੀ। ਵਿਦਿਆਰਥੀ ਦਾ ਨਾਮ ਮੇਗਾ ਵੈਮੂਰੀ ਹੈ। ਇਸ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਰੋਕਣ ਦਾ ਕਾਰਨ ਫਲਸਤੀਨ ਨਾਲ ਜੁੜਿਆ ਹੋਇਆ ਹੈ। ਦਰਅਸਲ ਮੇਗਾ ਨੇ ਹਾਲ ਹੀ ਵਿੱਚ ਫਲਸਤੀਨ ਦੇ ਸਮਰਥਨ ਵਿੱਚ ਇੱਕ ਭਾਸ਼ਣ ਦਿੱਤਾ ਸੀ ਜਿਸ ਤੋਂ ਬਾਅਦ ਯੂਨੀਵਰਸਿਟੀ ਨੇ ਉਸ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਸੀ। ਮੇਗਾ ਵੈਮੂਰੀ MIT 2025 ਕਲਾਸ ਦੀ ਪ੍ਰਧਾਨ ਹੈ ਅਤੇ ਇਸ ਗ੍ਰੈਜੂਏਸ਼ਨ ਸਮਾਰੋਹ ਵਿੱਚ ਇਵੈਂਟ ਮਾਰਸ਼ਲ ਹੋਣੀ ਸੀ। ਪਰ ਯੂਨੀਵਰਸਿਟੀ ਦੀ ਚਾਂਸਲਰ ਮੈਲਿਸਾ ਨੇ ਐਲਾਨ ਕੀਤਾ ਕਿ ਮੇਗਾ ਹੁਣ ਇਸ ਪ੍ਰੋਗਰਾਮ ਦਾ ਹਿੱਸਾ ਨਹੀਂ ਰਹੇਗੀ। ਬੋਸਟਨ ਗਲੋਬਸ ਦੇ ਅਨੁਸਾਰ ਚਾਂਸਲਰ ਨੇ ਮੇਗਾ ਨੂੰ ਇੱਕ ਈਮੇਲ ਭੇਜਿਆ ਹੈ ਜਿਸ ਵਿੱਚ ਲਿਖਿਆ ਹੈ, ਤੁਸੀਂ ਜਾਣਬੁੱਝ ਕੇ ਅਤੇ ਵਾਰ-ਵਾਰ ਪ੍ਰਬੰਧਕਾਂ ਨੂੰ ਗੁੰਮਰਾਹ ਕੀਤਾ। ਹਾਲਾਂਕਿ ਅਸੀਂ ਤੁਹਾਡੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਨੂੰ ਸਵੀਕਾਰ ਕਰਦੇ ਹਾਂ, ਪਰ ਇੱਕ ਸੰਸਥਾਗਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਟੇਜ ਤੋਂ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਦਾ ਤੁਹਾਡਾ ਫੈਸਲਾ MIT ਦੇ ਸਮੇਂ, ਸਥਾਨ ਅਤੇ ਕੈਂਪਸ ਦੇ ਪ੍ਰਗਟਾਵੇ ਦੇ ਨਿਯਮਾਂ ਦੀ ਉਲੰਘਣਾ ਸੀ। ਜਦੋਂ ਮੇਗਾ ਭਾਸ਼ਣ ਦੇਣ ਲਈ ਸਮਾਗਮ ਵਿੱਚ ਪਹੁੰਚੀ ਤਾਂ ਉਸਨੇ ਲਾਲ ਰੰਗ ਦਾ ਕੈਫੀਆ ਪਾਇਆ ਹੋਇਆ ਸੀ। ਇਹ ਇੱਕ ਸਕਾਰਫ ਵਾਂਗ ਸੀ ਜੋ ਫਲਸਤੀਨ ਲਈ ਸਮਰਥਨ ਦਿਖਾਉਣ ਲਈ ਵਰਤਿਆ ਜਾਂਦਾ ਹੈ। ਆਪਣੇ ਭਾਸ਼ਣ ਵਿੱਚ ਮੇਗਾ ਨੇ ਇਜ਼ਰਾਈਲ ਦੀ ਆਲੋਚਨਾ ਕੀਤੀ ਅਤੇ ਉਸਨੇ ਯੂਨੀਵਰਸਿਟੀ ਦੇ ਇਜ਼ਰਾਈਲ ਨਾਲ ਸੰਬੰਧਾਂ ਦੀ ਵੀ ਆਲੋਚਨਾ ਕੀਤੀ ਅਤੇ ਆਪਣੇ ਸਾਥੀ ਗ੍ਰੈਜੂਏਟ ਵਿਦਿਆਰਥੀਆਂ ਨੂੰ ਗਾਜ਼ਾ ਲਈ ਸਟੈਂਡ ਲੈਣ ਲਈ ਵੀ ਕਿਹਾ। ਮੇਗਾ ਨੇ ਕਿਹਾ, ਇਜ਼ਰਾਈਲੀ ਕਬਜ਼ਾ ਫੌਜ ਇੱਕੋ ਇੱਕ ਵਿਦੇਸ਼ੀ ਫੌਜ ਹੈ ਜਿਸ ਨਾਲ MIT ਦੇ ਖੋਜ ਸੰਬੰਧ ਹਨ, ਜਿਸਦਾ ਮਤਲਬ ਹੈ ਕਿ ਫਲਸਤੀਨੀ ਲੋਕਾਂ ਤੇ ਇਜ਼ਰਾਈਲ ਦੇ ਹਮਲੇ ਨੂੰ ਨਾ ਸਿਰਫ ਸਾਡੇ ਦੇਸ਼ ਦੁਆਰਾ ਸਗੋਂ ਸਾਡੇ ਸਕੂਲ ਦੁਆਰਾ ਵੀ ਸਹਾਇਤਾ ਅਤੇ ਉਤਸ਼ਾਹਿਤ ਕੀਤਾ ਗਿਆ ਹੈ। ਉਸਨੇ ਅੱਗੇ ਕਿਹਾ, ਅਸੀਂ ਇਜ਼ਰਾਈਲ ਨੂੰ ਫਲਸਤੀਨ ਨੂੰ ਧਰਤੀ ਤੋਂ ਮਿਟਾਉਣ ਦੀ ਕੋਸ਼ਿਸ਼ ਕਰਦੇ ਦੇਖ ਰਹੇ ਹਾਂ ਅਤੇ ਸ਼ਰਮ ਦੀ ਗੱਲ ਹੈ MIT ਇਸ ਦਾ ਇੱਕ ਹਿੱਸਾ ਹੈ। ਮੇਗਾ ਦਾ ਜਨਮ ਅਲਫਰਟਾ ਜਾਰਜੀਆ ਵਿੱਚ ਹੋਇਆ ਸੀ। ਉਸਨੇ ਅਲਫਰੇਟਾ ਹਾਈ ਸਕੂਲ ਤੋਂ ਪੜ੍ਹਾਈ ਕੀਤੀ ਅਤੇ 2021 ਵਿੱਚ ਗ੍ਰੈਜੂਏਸ਼ਨ ਕੀਤੀ। ਮੇਗਾ ਨੇ ਉਸੇ ਸਾਲ MIT ਵਿੱਚ ਦਾਖਲਾ ਲਿਆ। MIT ਵਿੱਚ ਉਸਨੇ ਗ੍ਰੈਜੂਏਟ ਕਲਾਸ ਦੇ ਪ੍ਰਧਾਨ ਵਜੋਂ ਸੇਵਾ ਕਰਦੇ ਹੋਏ ਕੰਪਿਊਟਰ ਸਾਇੰਸ, ਨਿਊਰੋ ਸਾਇੰਸ ਅਤੇ ਭਾਸ਼ਾ ਵਿਗਿਆਨ ਵਿੱਚ ਆਪਣੀ ਗ੍ਰੈਜੂਏਸ਼ਨ ਡਿਗਰੀ ਪੂਰੀ ਕੀਤੀ। ਬੀਤੇ ਦਿਨ ਖਬਰ ਸਾਹਮਣੇ ਆਈ ਸੀ ਕਿ ਪਾਕਿਸਤਾਨ ਤੇ ਰੂਸ ਵਿਚਾਲੇ ਇੱਕ ਆਧੁਨਿਕ ਸਟੀਲ ਪਲਾਂਟ ਦੇ ਨਿਰਮਾਣ ਲਈ $2.6 ਬਿਲੀਅਨ ਦਾ ਸੌਦਾ ਹੋਇਆ। ਹੁਣ ਰੂਸ ਨੇ ਇਨ੍ਹਾਂ ਖਬਰਾਂ ਦਾ ਖੰਡਨ ਕਰ ਦਿੱਤਾ ਹੈ ਤੇ ਇਨ੍ਹਾਂ ਨੂੰ ਫਰਜ਼ੀ ਦੱਸਿਆ ਹੈ। ਰੂਸ ਨੇ ਇਨ੍ਹਾਂ ਖਬਰਾਂ ਨੂੰ ਅਫਵਾਹ ਦੱਸਦਿਆਂ ਭਾਰਤ ਨਾਲ ਆਪਣੇ ਸਬੰਧਾਂ ਨੂੰ ਪਟੜੀ ਤੋਂ ਲਾਉਣ ਦੀ ਕੋਸ਼ਿਸ਼ ਦੱਸਿਆ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਇੱਕ ਮੀਡੀਆ ਆਊਟਲੈਟ ਨੇ ਦਾਅਵਾ ਕੀਤਾ ਸੀ ਕਿ ਰੂਸ ਅਤੇ ਪਾਕਿਸਤਾਨ ਨੇ ਕਰਾਚੀ 'ਚ ਸੋਵੀਅਤ ਯੂਨੀਅਨ ਦੇ ਇੱਕ ਸਟੀਲ ਪਲਾਂਟ ਨੂੰ ਮੁੜ ਸ਼ੁਰੂ ਕਰਨ ਲਈ ਇੱਕ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ। 1970 ਦੇ ਦਹਾਕੇ 'ਚ ਸੋਵੀਅਤ ਯੂਨੀਅਨ ਨੇ ਪਾਕਿਸਤਾਨ ਸਟੀਲ ਮਿਲਸ ਨੂੰ ਡਿਜ਼ਾਈਨ ਕੀਤਾ ਸੀ। ਪਾਕਿਸਤਾਨੀ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਕਿ ਦੋਵਾਂ ਦੇਸ਼ਾਂ ਵਿਚਾਲੇ $2.6 ਅਰਬ ਦੇ ਸਮਝੌਤੇ ਤੇ ਦਸਤਖਤ ਕੀਤੇ ਗਏ ਹਨ। ਹਾਲਾਂਕਿ ਰੂਸ ਨੇ ਪਾਕਿਸਤਾਨੀ ਮੀਡੀਆ ਵਿੱਚ ਆਈਆਂ ਰਿਪੋਰਟਾਂ ਨੂੰ ਫਰਜ਼ੀ ਦੱਸਿਆ। ਕਾਂਗਰਸ ਨੇ ਕੇਂਦਰ ਸਰਕਾਰ ਦੀ ਵਿਦੇਸ਼ ਨੀਤੀ ਤੇ ਸਵਾਲ ਉਠਾਏ ਸਨ। ਕਾਂਗਰਸੀ ਨੇਤਾ ਪਵਨ ਖੇੜਾ ਨੇ ਕਿਹਾ ਸੀ ਕਿ ਸਰਕਾਰ ਦੀ ਫੇਲ ਡਿਪਲੋਮੈਸੀ ਅਤੇ ਕਮਜ਼ੋਰ ਵਿਦੇਸ਼ ਨੀਤੀ ਕਾਰਨ ਭਾਰਤ ਦੇ ਅਕਸ ਨੂੰ ਨੁਕਸਾਨ ਹੋਇਆ ਹੈ। ਉਹਨਾਂ ਨੇ ਕਿਹਾ, ਕੋਈ ਵੀ ਦੇਸ਼ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਨਹੀਂ ਕਹਿ ਰਿਹਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਮੰਨੇ ਜਾਣ ਵਾਲੇ ਐਲੋਨ ਮਸਕ ਨੇ ਸਵੀਕਾਰ ਕੀਤਾ ਕਿ ਉਹ ਡਰੱਗ ਦੀ ਵਰਤੋਂ ਕਰਦੇ ਸਨ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਡੋਨਾਲਡ ਟਰੰਪ ਦੇ ਚੋਣ ਪ੍ਰਚਾਰ ਦੌਰਾਨ ਐਲੋਨ ਮਸਕ ਕੈਟਾਮਾਈਨ ਅਤੇ ਹੋਰ ਕਈ ਦਵਾਈਆਂ ਲੈਂਦੇ ਸਨ।
ਉਸ ਸਮੇਂ ਦੌਰਾਨ ਉਹਨਾਂ ਦੇ ਪਰਿਵਾਰ ਵਿੱਚ ਵੀ ਤਣਾਅ ਸੀ। ਹੁਣ ਐਲੋਨ ਮਸਕ ਨੇ ਮੀਡੀਆ ਰਿਪੋਰਟਾਂ ਵਿੱਚ ਕੀਤੇ ਗਏ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। ਹਾਲਾਂਕਿ ਉਹਨਾਂ ਨੇ ਮੰਨਿਆ ਕਿ ਉਹ ਕੈਟਾਮਾਈਨ ਦਵਾਈਆਂ ਨੂੰ ਦਵਾਈ ਵਜੋਂ ਲੈਂਦੇ ਹਨ। ਮਸਕ ਨੇ ਕਿਹਾ ਕਿ ਉਹ ਤਣਾਅ ਦੀਆਂ ਸਮੱਸਿਆਵਾਂ ਕਾਰਨ ਇਸ ਦਵਾਈ ਦੀ ਵਰਤੋਂ ਕਰਦੇ ਸਨ, ਪਰ ਇਸ ਗੱਲ ਨੂੰ ਕਈ ਸਾਲ ਬੀਤ ਚੁੱਕੇ ਹਨ। ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਵਿੱਚ ਵੀ ਦਾਅਵਾ ਕੀਤਾ ਗਿਆ ਹੈ ਕਿ ਐਲੋਨ ਮਸਕ ਦੇ ਰੋਜ਼ਾਨਾ ਦਵਾਈ ਵਾਲੇ ਡੱਬੇ ਵਿੱਚ ਲਗਭਗ 20 ਗੋਲੀਆਂ ਸ਼ਾਮਲ ਹਨ, ਜਿਸ ਵਿੱਚ ਉਤੇਜਕ ਐਡਰਾਲ ਵੀ ਸ਼ਾਮਲ ਹੈ ਜੋ ਵੱਖਰੇ ਤੌਰ ਤੇ ਚਿੰਨ੍ਹਿਤ ਹਨ। ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਨੇ ਉਹਨਾਂ ਲੋਕਾਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਹੈ ਜਿਨ੍ਹਾਂ ਨੇ ਡੱਬਾ ਦੇਖਿਆ ਹੈ। ਰਿਪੋਰਟ ਵਿੱਚ ਮਸਕ ਦੇ ਸਰਕਾਰ ਵਿੱਚ ਥੋੜੇ ਸਮੇਂ ਦੇ ਕਾਰਜਕਾਲ ਦਾ ਵਰਣਨ ਕੀਤਾ ਗਿਆ ਹੈ ਜੋ ਮਸਕ ਦੁਆਰਾ ਆਪਣੇ ਆਪ ਨੂੰ ਮੁਹਿੰਮ ਵਿੱਚ ਸ਼ਾਮਲ ਕਰਨ ਨਾਲ ਸ਼ੁਰੂ ਹੋਇਆ ਸੀ ਅਤੇ ਸਰਕਾਰੀ ਕੁਸ਼ਲਤਾ ਵਿਭਾਗ ਤੋਂ ਬਾਹਰ ਹੋਣ ਨਾਲ ਖਤਮ ਹੋਇਆ ਸੀ। ਉਸ ਦੀਆਂ ਗਤੀਵਿਧੀਆਂ ਤੋਂ ਜਾਣੂ ਲੋਕਾਂ ਨੇ ਪੁਸ਼ਟੀ ਕੀਤੀ ਕਿ ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤੀਬਰਤਾ ਨਾਲ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਰਿਹਾ ਸੀ। ਐਲੋਨ ਮਸਕ ਹਮੇਸ਼ਾ ਨਸ਼ੇ ਲੈਣ ਬਾਰੇ ਖੁੱਲ੍ਹ ਕੇ ਬੋਲਦੇ ਰਹੇ ਹਨ, ਪਰ ਉਹਨਾਂ ਨੇ ਕਦੀ ਵੀ ਜ਼ਿਆਦਾ ਲੈਣ ਤੋਂ ਇਨਕਾਰ ਕੀਤਾ। ਰਿਪੋਰਟ ਦੇ ਮੁਤਾਬਕ ਐਲੋਨ ਮਸਕ ਨੇ ਲੋਕਾਂ ਨੂੰ ਦੱਸਿਆ ਕਿ ਉਹ ਇੰਨਾ ਜ਼ਿਆਦਾ ਕੈਟਾਮਾਈਨ ਲੈ ਰਿਹਾ ਸੀ ਕਿ ਉਹ ਉਸਦੇ ਬਲੈਡਰ ਨੂੰ ਪ੍ਰਭਾਵਿਤ ਕਰ ਰਿਹਾ ਸੀ। ਉਸਨੇ ਐਕਸਟੈਸੀ ਅਤੇ ਸਾਈਕੇਡੇਲਿਕ ਮਸ਼ਰੂਮ ਵੀ ਲਏ। ਇਹ ਉਹੀ ਸਮਾਂ ਸੀ ਜਦੋਂ ਮਸਕ ਦਾ ਆਪਣੇ ਪਰਿਵਾਰ ਨਾਲ ਤਣਾਅ ਚੱਲ ਰਿਹਾ ਸੀ, ਜਿਸ ਵਿੱਚ ਆਪਣੇ ਬੱਚਿਆਂ, ਉਹਨਾਂ ਦੀਆਂ ਮਾਵਾਂ ਆਦਿ ਬਾਰੇ ਕਾਨੂੰਨੀ ਲੜਾਈਆਂ ਸ਼ਾਮਲ ਸਨ, ਜਦਕਿ ਐਲੋਨ ਮਸਕ ਕਦੇ ਵੀ ਇਹ ਸਵੀਕਾਰ ਕਰਨ ਤੋਂ ਨਹੀਂ ਝਿਜਕਿਆ ਕਿ ਉਸਨੇ ਨਸ਼ੇ ਲਏ ਸਨ। ਜੋ ਰੋਗਨ ਨਾਲ 2018 ਦੇ ਇੱਕ ਪੋਡਕਾਸਟ ਵਿੱਚ ਐਲੋਨ ਮਸਕ ਨੇ ਭੰਗ ਪੀਤੀ ਸੀ, ਜਿਸ ਕਾਰਨ ਉਸ ਦਾ ਸਖਤ ਵਿਰੋਧ ਹੋਇਆ। ਨਾਈਜੀਰੀਆ ਦੇ ਉੱਤਰੀ ਮੱਧ ਨਾਈਜਰ ਰਾਜ ਵਿੱਚ ਭਾਰੀ ਬਾਰਿਸ਼ ਕਾਰਨ ਆਏ ਭਿਆਨਕ ਹੜ੍ਹ ਵਿੱਚ ਮਰਨ ਵਾਲਿਆਂ ਦੀ ਗਿਣਤੀ 150 ਤੋਂ ਪਾਰ ਹੋ ਗਈ ਹੈ। ਰਾਸ਼ਟਰੀ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। NEMA ਦੇ ਸੀਨੀਅਰ ਅਧਿਕਾਰੀਆਂ ਨੇ ਟੈਲੀਫੋਨ ਤੇ ਨਿਊਜ਼ ਏਜੰਸੀ ਸ਼ਿਨੂਹਾ ਨੂੰ ਦੱਸਿਆ ਕਿ ਆਫਤ ਪ੍ਰਭਾਵਿਤ ਮੋਕਵਾ ਖੇਤਰ ਦਾ ਨਿਰੀਖਣ ਕਰਨਗੇ। ਅਧਿਕਾਰੀਆਂ ਨੇ ਦੁਪਹਿਰ ਹੋਰ ਲਾਸ਼ਾਂ ਬਰਾਮਦ ਕੀਤੀਆਂ। ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਹੁਣ ਤੱਕ 150 ਤੋਂ ਵੱਧ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 151 ਤੋਂ ਵੱਧ ਹੋ ਗਈ ਹੈ। ਨਾਈਜੀਰੀਆ ਰਾਜ ਦੀ ਐਮਰਜੈਂਸੀ ਦੇ ਬੁਲਾਰੇ ਨੇ ਦੱਸਿਆ ਹੈ ਕਿ ਅਫਰੀਕਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਦੀ ਰਾਜਧਾਨੀ ਅਬੂਜਾ ਤੋਂ 300 ਕਿਲੋਮੀਟਰ ਤੋਂ ਵੱਧ ਪੱਛਮ ਵਿੱਚ ਨਾਈਜਰ ਰਾਜ ਦੇ ਮੋਕਵਾ ਕਸਬੇ ਵਿੱਚ ਹੜ੍ਹ ਆਉਣ ਕਾਰਨ 3000 ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਗੌਰਤਲਬ ਹੈ ਕਿ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੁੱਧਵਾਰ ਦੇਰ ਰਾਤ ਮੋਕਵਾ ਵਿੱਚ ਭਾਰੀ ਬਾਰਿਸ਼ ਨੇ ਤਬਾਹੀ ਮਚਾ ਦਿੱਤੀ, ਜਿਸ ਕਾਰਨ 500 ਤੋਂ ਵੱਧ ਜੋ ਘਰ ਸੀ ਡੁੱਬ ਗਏ ਜਾਂ ਵਹਿ ਗਏ। ਲੋਕ ਇਨ੍ਹਾਂ ਘਰਾਂ ਵਿੱਚ ਰਹਿ ਰਹੇ ਸਨ। ਹੜ੍ਹ ਕਾਰਨ 1500 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਲੋਕ ਇਨ੍ਹਾਂ ਘਰਾਂ ਵਿੱਚ ਰਹਿ ਰਹੇ ਸੀ ਜਦੋਂ ਇਹ ਹੜ੍ਹ ਆਇਆ। ਇਸ ਹਫਤੇ ਦੇ ਸ਼ੁਰੂ ਵਿੱਚ ਮੌਸਮ ਵਿਗਿਆਨ ਏਜੰਸੀ ਨੇ ਨਾਈਜਰ ਸਮੇਤ ਦੇਸ਼ ਦੇ ਕੇਂਦਰੀ ਖੇਤਰ ਵਿੱਚ ਗਰਜ ਅਤੇ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਸੀ। ਅਗਲੇ 48 ਘੰਟਿਆਂ ਵਿੱਚ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੱਖਣੀ ਖੇਤਰ ਵਿੱਚ ਸਥਾਨਕ ਤੌਰ ਤੇ ਵੀ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਨੇਮਾ ਨੇ ਕਿਹਾ ਕਿ ਹੜ੍ਹ ਦੇ ਕਹਿਰ ਨੂੰ ਟਾਲਣ ਲਈ ਦੇਸ਼ ਭਰ ਵਿੱਚ ਯਤਨ ਤੇਜ਼ ਕਰ ਦਿੱਤੇ ਗਏ ਹਨ। ਇਸ ਦੌਰਾਨ ਹੜ੍ਹ ਦੀ ਤਿਆਰੀ ਬਾਰੇ ਇੱਕ ਰਾਸ਼ਟਰੀ ਜਾਗਰੂਕਤਾ ਮੁਹਿੰਮ ਦੌਰਾਨ ਨੇਮਾ ਦੀ ਡਾਇਰੈਕਟਰ ਜਨਰਲ ਨੇ ਹਰ ਸਰਕਾਰੀ ਵਿਭਾਗ ਅਤੇ ਸੰਸਥਾ ਨੂੰ ਦਰਿਆਈ ਖੇਤਰਾਂ ਵਿੱਚ ਡਰੇਨੇਜ ਪ੍ਰਣਾਲੀਆਂ, ਡੈਮਾਂ ਅਤੇ ਹੜ੍ਹ ਲਚਕੀਲੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ। ਰੂਸ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ। ਇੱਕ ਪੁਲ ਟਹਿ ਜਾਣ ਤੋਂ ਬਾਅਦ ਇੱਕ ਯਾਤਰੀ ਰੇਲਗੱਡੀ ਪਟੜੀ ਤੋਂ ਉਤਰ ਗਈ ਅਤੇ ਇਸ ਦੀਆਂ ਕੁਝ ਬੋਗੀਆਂ ਪਲਟ ਗਈਆਂ। ਇਸ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 30 ਜ਼ਖਮੀ ਹੋ ਗਏ। ਹਾਲਾਂਕਿ ਹੁਣ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਵੱਧ ਸਕਦੀ ਹੈ। ਰੂਸੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਯੂਕਰੇਨ ਦੀ ਸਰਹੱਦ ਦੇ ਨੇੜੇ ਰੂਸ ਦੇ ਬ੍ਰਾਇੰਸਕ ਖੇਤਰ ਵਿੱਚ ਵਾਪਰਿਆ। ਇਸ ਘਟਨਾ ਦਾ ਕਾਰਨ ਟਰਾਂਸਪੋਰਟ ਬੁਨਿਆਦੀ ਢਾਂਚੇ ਵਿੱਚ ਗੈਰ ਕਾਨੂੰਨੀ ਦਖਲਅੰਦਾਜ਼ੀ ਦੱਸਿਆ ਜਾ ਰਿਹਾ ਹੈ। ਹਾਲਾਂਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਅਜੇ ਵੀ ਕੀਤੀ ਜਾਵੇਗੀ। ਬ੍ਰਾਇੰਸਕ ਖੇਤਰੀ ਗਵਰਨਰ ਅਲੈਗਜ਼ੈਂਡਰ ਨੇ ਕਿਹਾ ਹੈ ਕਿ ਐਮਰਜੈਂਸੀ ਸੇਵਾਵਾਂ ਅਤੇ ਸਰਕਾਰੀ ਅਧਿਕਾਰੀ ਘਟਨਾ ਸਥਾਨ ਤੇ ਕੰਮ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ 7 ਲੋਕ ਮਾਰੇ ਗਏ ਅਤੇ 30 ਜ਼ਖਮੀ ਹੋਏ, ਜਿਨ੍ਹਾਂ ਵਿੱਚ 2 ਬੱਚੇ ਵੀ ਸ਼ਾਮਲ ਹਨ। ਮਿਆਂਮਾਰ ਦੇ ਅਧਿਕਾਰੀਆਂ ਨੇ ਦੇਸ਼ ਦੇ ਸਭ ਤੋਂ ਵੱਡੇ ਹਾਲੀਆ ਨਸ਼ੀਲੇ ਪਦਾਰਥਾਂ ਵਿਰੁੱਧ ਕਾਰਵਾਈ ਵਿੱਚ ਲਗਭਗ 20 ਲੱਖ ਉਤੇਜਕ ਗੋਲੀਆਂ ਅਤੇ 134 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਹੈ, ਜਿਸ ਦੀ ਕੀਮਤ ਲਗਭਗ 3 ਮਿਲੀਅਨ ਅਮਰੀਕੀ ਡਾਲਰ ਹੈ। ਮਿਆਂਮਾਰ ਪੁਲਿਸ ਫੋਰਸ ਦੁਆਰਾ ਜਾਰੀ ਇੱਕ ਬਿਆਨ ਵਿੱਚ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਇਹ ਕਾਰਵਾਈ 20 ਮਈ ਨੂੰ ਦੇਰ ਰਾਤ ਲੇਵੇ ਟਾਊਨਸ਼ਿਪ ਵਿੱਚ ਕੀਤੀ ਗਈ। ਡਰੱਗ ਇਨਫੋਰਸਮੈਂਟ ਡਿਵੀਜ਼ਨ ਦੀ ਇੱਕ ਸਾਂਝੀ ਟੀਮ ਦੀ ਅਗਵਾਈ ਵਿੱਚ ਅਧਿਕਾਰੀਆਂ ਨੇ 20 ਮਈ ਨੂੰ ਦੇਰ ਰਾਤ ਇੱਕ ਫੂਸੋ 12 ਪਹੀਆ ਟਰੱਕ ਨੂੰ ਰੋਕਿਆ, ਜਦੋਂ ਇਹ ਅੰਗਨਾਂਗਚੋ ਤੋਂ ਪਿਨਮਾਨਾ ਜਾ ਰਿਹਾ ਸੀ। ਟਰੱਕ ਨੂੰ ਜ਼ਿਨ ਮਿਓ ਹੇਟ ਅੰਗ ਯਾਨੀ ਉਰਫ ਕਾਲਾ ਲੇ ਚਲਾ ਰਿਹਾ ਸੀ।
13 ਸਾਲ ਭਾਰਤੀ ਅਮਰੀਕੀ ਵਿਦਿਆਰਥੀ ਫੈਜ਼ਾਨ ਜ਼ਾਕੀ ਨੇ ਅਮਰੀਕਾ ਦੇ ਸਭ ਤੋਂ ਔਖੇ ਮੁਕਾਬਲੇ ਮੰਨੇ ਜਾਣ ਵਾਲੇ ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ ਦਾ ਖਿਤਾਬ ਜਿੱਤ ਲਿਆ। ਉਸਨੇ ਫ੍ਰਾਂਸੀਸੀ ਸ਼ਬਦ ਦਾ ਸਹੀ ਉਚਾਰਨ ਕਰਕੇ ਇਹ ਖਿਤਾਬ ਜਿੱਤਿਆ ਹੈ। ਇੱਕ ਫ੍ਰਾਂਸੀਸੀ ਸ਼ਬਦ ਹੈ ਜਿਸ ਦਾ ਅਰਥ ਹੈ ਕਿਸੇ ਚੀਜ਼ ਨੂੰ ਸਪਸ਼ਟ ਜਾਂ ਸਮਝਣ ਯੋਗ ਬਣਾਉਣਾ। ਉਸ ਦੇ ਸਪੈਲਿੰਗ ਨੂੰ ਸੁਣਾਇਆ ਗਿਆ ਜਿਸ ਕਰਕੇ ਇੱਕ ਖਿਤਾਬ ਜਿਹੜਾ ਹੈ ਉਸ ਨੂੰ ਮਿਲਿਆ। ਪਿਛਲੇ ਸਾਲ ਫੈਜ਼ਾਨ ਇਸ ਮੁਕਾਬਲੇ ਵਿੱਚ ਦੂਜੇ ਸਥਾਨ ਤੇ ਰਿਹਾ ਸੀ। ਉਹ ਟਾਈ ਬ੍ਰੇਕਰ ਵਿੱਚ ਬਰੋਹਤ ਸੋਮਾ ਤੋਂ ਹਾਰ ਗਿਆ ਸੀ। ਫੈਜ਼ਾਨ ਪੰਜਵਾਂ ਪ੍ਰਤੀਯੋਗੀ ਹੈ ਜਿਸਨੇ ਦੂਜੇ ਸਥਾਨ ਤੇ ਰਹਿਣ ਤੋਂ ਬਾਅਦ ਵੀ ਇਹ ਖਿਤਾਬ ਜਿੱਤਿਆ। 2001 ਵਿੱਚ ਸੀਨ ਕੋਨਲੀ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੇ ਵਿਦਿਆਰਥੀ ਸਪੈਲਿੰਗ ਬੀ ਵਿੱਚ ਹਿੱਸਾ ਲੈਂਦੇ ਹਨ। ਇਹ ਸ਼ਬਦਾਂ ਦੇ ਸਹੀ ਸਪੈਲਿੰਗ ਦੱਸਣ ਨਾਲ ਸੰਬੰਧਿਤ ਇੱਕ ਮੁਕਾਬਲਾ ਹੈ। ਫੈਜ਼ਾਨ ਨੂੰ ਜਿੱਤਣ ਤੋਂ ਬਾਅਦ ਇਨਾਮੀ ਰਾਸ਼ੀ ਵਜੋਂ $52,500 ਯਾਨੀ ਕਿ ਲਗਭਗ 45 ਲੱਖ ਰੁਪਏ ਮਿਲੇ। ਪਿਛਲੇ ਸਾਲ ਉਸਨੇ $25,000 ਯਾਨੀ 21,29,000 ਰੁਪਏ ਜਿੱਤੇ ਸਨ, ਜਿਸ ਨਾਲ ਉਸ ਦੀ ਕੁੱਲ ਇਨਾਮੀ ਰਾਸ਼ੀ ਜੋ ਸੀ $77,500 ਯਾਨੀ ਕਿ 66,31,000 ਰੁਪਏ ਹੋ ਗਏ। ਅੰਤ ਵਿੱਚ ਮੁਕਾਬਲਾ 3 ਲੋਕਾਂ ਵਿਚਕਾਰ ਸੀ। ਫੈਜ਼ਾਨ 11 ਸਾਲਾਂ ਦੇ ਸਰਤਾਰਵਨੇ ਅਤੇ 14 ਸਾਲਾਂ ਦੇ ਸਰਵਦਾਨੀਆ ਕਦਮ। थाईलैंड ਦੀ ਓਪਲ ਸੁਚਾਤਾ ਚੌਂਗਸਰੀ ਨੇ ਸ਼ਨੀਵਾਰ ਨੂੰ ਹੋਏ ਆਖਰੀ ਮੁਕਾਬਲੇ ਤੋਂ ਬਾਅਦ 72ਵੀਂ ਮਿਸ ਵਰਲਡ ਦਾ ਖਿਤਾਬ ਜਿੱਤ ਲਿਆ ਹੈ। ਇਥੋਪੀਆ ਦੇ ਹਸੇਡ ਡੈਰੇਜ਼ ਅਦਮਾਸੂ ਨੂੰ ਉਪਜੇਤੂ ਐਲਾਨਿਆ ਗਿਆ ਹੈ, ਜਦਕਿ ਭਾਰਤ ਦੀ ਮੁਕਾਬਲੇਬਾਜ਼ ਨੰਦਨੀ ਗੁਪਤਾ ਚੋਟੀ ਦੇ 8 ਚ ਪਹੁੰਚਣ ਤੋਂ ਪਹਿਲਾਂ ਹੀ ਬਾਹਰ ਹੋ ਗਈ। ਤੇਲੰਗਾਨਾ 'ਚ 1 ਮਹੀਨੇ ਦੀਆਂ ਉਦੇਸ਼ ਸੰਚਾਲਿਤ ਗਤੀਵਿਧੀਆਂ, ਸੱਭਿਆਚਾਰਕ ਗਤੀਵਿਧੀਆਂ ਅਤੇ ਪ੍ਰੇਰਨਾਦਾਇਕ ਚੁਣੌਤੀਆਂ ਤੋਂ ਬਾਅਦ ਦੁਨੀਆ ਭਰ ਦੀਆਂ 108 ਮੁਕਾਬਲੇਬਾਜ਼ਾਂ ਨੇ ਸੁੰਦਰਤਾ, ਉਦੇਸ਼ ਅਤੇ ਏਕਤਾ ਦੇ ਸ਼ਾਨਦਾਰ ਜਸ਼ਨ 'ਚ ਹਿੱਸਾ ਲਿਆ। ਜੇਤੂ ਓਪਲ ਕੌਮਾਂਤਰੀ ਸੰਬੰਧਾਂ ਦੀ ਵਿਦਿਆਰਥਣ ਹੈ। ਉਸ ਨੂੰ ਮਨੋਵਿਗਿਆਨ ਅਤੇ ਮਾਨਵ ਵਿਗਿਆਨ 'ਚ ਦਿਲਚਸਪੀ ਹੈ ਅਤੇ ਉਹ ਇੱਕ ਦਿਨ ਰਾਜਦੂਤ बनना चाहती है। उसने छाती दे कैंसर दे खेतर च काम करन वालियां संस्थावां लई स्वै इच्छा नाल काम कीता है। मिस वर्ल्ड वैबसाइट अनुसार ओपल कोल यूकेलेल नूं पिछे वल खेडण दी विशेष प्रतिभा है ਅਤੇ ਪਾਲਤੂ ਜਾਨਵਰ ਵਜੋਂ 16 ਬਿੱਲੀਆਂ ਅਤੇ 5 ਕੁੱਤੇ ਹਨ। ਮਿਸ ਵਰਲਡ ਦੀ ਚੇਅਰਪਰਸਨ ਜੂਲੀਆ ਮੋਰਲੇ ਨੇ CBP ਨੇ ਜੂਰੀ ਦੀ ਅਗਵਾਈ ਕੀਤੀ ਅਤੇ 72ਵੀਂ ਮਿਸ ਵਰਲਡ ਦੇ ਜੇਤੂ ਦਾ ਐਲਾਨ ਕੀਤਾ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਜੀ ਪੰਜਾਬ ਮਿਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।